ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਬੈਂਕਾਕ ਥਾਈਲੈਂਡ ਤੋਂ ਆਈ ਹਾਂ ਔਰ ਆਪ ਜੀ ਦੇ ਨਾਲ ਇਸ ਏਕ ਓਂਕਾਰ ਇੱਕ ਪਰਮਾਤਮਾ ਦੀ ਪ੍ਰੋਗਰਾਮ ਵਿੱਚ ਆਪਾਂ ਮਿਲ ਕੇ ਸਤਸੰਗ ਕਰ ਰਹੇ ਹਾਂ ਅਤੇ ਜਪਜੀ ਸਾਹਿਬ ਦੇ ਇੱਕ ਇੱਕ ਵਚਨ ਨੂੰ ਅਸੀਂ ਪਰਖ ਰਹੇ ਹਾਂ ਔਰ ਸਮਝ ਰਹੇ ਹਾਂ ਅਤੇ ਮੂਲ ਮੰਤਰ ਤੋਂ ਸ਼ੁਰੂ ਕੀਤਾ ਅਤੇ ਹੁਣ ਅਸੀਂ ਮੂਲ ਮੰਤਰ ਦੇ ਅਖੀਰਲਾ ਵਰਡ ਗੁਰਪ੍ਰਸਾਦ ਤੱਕ ਪਹੁੰਚ ਗਿਆ। ਗੁਰਪ੍ਰਸਾਦ ਮੂਲ ਮੰਤਰ ਦੇ 9 ਸ਼ਬਦ ਨੇ ਔਰ ਇਹ ਸਭ ਤੋਂ ਅਹਿਮੀਅਤ ਔਰ ਸਭ ਤੋਂ ਜ਼ਰੂਰੀ ਸ਼ਬਦ ਹੈ ਅਤੇ ਇਸ ਸ਼ਬਦ ਨੂੰ ਸਮਝਣ ਵਾਸਤੇ ਅਸੀਂ ਉਸ ਗੁਰ ਨੂੰ ਸਮਝਣਾ ਪਏਗਾ। ਗੁਰਪ੍ਰਸਾਦ ਜਦੋਂ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਅਕਾਲ ਪੁਰਖ ਨੂੰ ਗੁਰ ਬੋਲਿਆ, ਗੁਰੂ ਦਾ ਰੂਪ ਵਿੱਚ ਏਕ ਓਂਕਾਰ ਬੋਲਿਆ, ਸਤਿਨਾਮ ਬੋਲਿਆ, ਕਰਤਾ ਪੁਰਖ ਬੋਲਿਆ, ਨਿਰਭਉ ਨਿਰਵੈਰ ਬੋਲਿਆ, ਅਕਾਲ ਮੂਰਤ ਅਜੂਨੀ ਸੈਭੰ ਔਰ ਹੁਣ ਸਾਨੂੰ ਕਹਿ ਰਹੇ ਨੇ ਗੁਰਪ੍ਰਸਾਦ। ਉਸ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ, ਉਸ ਦੀ ਕਿਰਪਾ ਦੇ ਨਾਲ ਇਸ ਦੇ ਵਿੱਚ ਸਾਡੀ ਹਉਮੈ ਮਿਟ ਜਾਂਦੀ ਹੈ। ਜੋ ਅਸੀਂ 9 ਸ਼ਬਦ ਮੂਲ ਮੰਤਰ ਦੇ ਪੜ੍ਹ ਰਹੇ ਸਾਂ, ਪਹਿਲੀ ਸ਼ਬਦ ਚਲੋ ਏਕ ਓਂਕਾਰ ਉਹ ਤਾਂ ਪੂਰਾ ਅਕਾਲ ਪੁਰਖ ਦਾ ਹੈ, ਓਂਕਾਰ ਵਿੱਚ ਅਸੀਂ ਆ ਜਾਂਦੇ ਹਾਂ, ਪਰ ਗੁਰਪ੍ਰਸਾਦ ਵਿੱਚ ਅਸੀਂ ਆਪਣੇ ਆਪ ਨੂੰ ਮਿਟਾ ਦਿੰਦੇ ਹਾਂ ਕਿ ਮੈਂ ਹੂੰ ਕਿਉਂਕਿ ਤੂੰ ਹੈ ਅਤੇ ਤੇਰੀ ਕਿਰਪਾ ਚਾਹੀਦੀ ਹੈ, ਤੇਰੀ ਸਾਥ ਚਾਹੀਦੀ ਹੈ ਤਾਂ ਅਕਾਲ ਪੁਰਖ ਹਮੇਸ਼ਾ ਹੀ ਹੈ, ਪਰ ਜੇ ਮੈਂ ਉਸਨੂੰ ਯਾਦ ਨਹੀਂ ਕੀਤਾ, ਉਸਨੂੰ ਸਿਮਰਿਆ ਨਹੀਂ, ਉਸਨੂੰ ਮਨ ਵਿੱਚ ਨਹੀਂ ਲਿਆਂਦਾ ਅਤੇ ਫਿਰ ਅਸੀਂ ਹਉਮੈ ਵਿੱਚ ਚੱਲ ਰਹੇ ਹਾਂ। ਮੈਂ ਜਦ ਬ੍ਰਹਮਾ ਕੁਮਾਰੀਜ਼ ਦਾ ਕੋਰਸ ਕੀਤਾ ਸੀ, ਕਰਮ ਵਾਲਾ ਚੈਪਟਰ ਵਿੱਚ ਬਹੁਤ ਅੱਛੀ ਗੱਲ ਮੈਂ ਸਿੱਖੀ। 3 ਕਿਸਮ ਦੇ ਕਰਮ ਹੁੰਦੇ ਨੇ, ਅਕਰਮ, ਸੁਕਰਮ ਅਤੇ ਵਿਕਰਮ। ਅਸੀਂ ਸਾਰੇ ਜੋ ਕਰ ਰਹੇ ਹਾਂ ਵਿਕਰਮ ਹੈ, ਮਤਲਬ ਵਿਕਾਰ ਵਾਲੇ ਕਰਮ ਹੈ। ਅਕਰਮ ਜੋ ਕਿ ਨਾਟ ਗੁੱਡ, ਨਿਊਟਰਲ ਕਰਮ ਹੈ, ਨਾਟ ਗੁੱਡ ਨਾਟ ਬੈਡ, ਜੋ ਨਿਊਟਰਲ ਹੈ ਉਹ ਇਸ ਕਲਯੁਗੀ ਦੁਨੀਆ ਵਿੱਚ ਨਹੀਂ ਹੁੰਦੀ। ਅਤੇ ਸੁਕਰਮ ਅਸੀਂ ਘੱਟ ਕਰਨੇ ਹਾਂ। ਸੁਕਰਮ ਮਤਲਬ ਉਸ ਦੀ ਯਾਦ ਵਿੱਚ ਜਦੋਂ ਅਸੀਂ ਕੁਝ ਕਰਨੇ ਹਾਂ ਅਤੇ ਫਿਰ ਉਸਨੂੰ ਸੁਕਰਮ ਕਹਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਅਸੀਂ ਉਸ ਦੀ ਯਾਦ ਵਿੱਚ ਕਰਮ ਕਰ ਰਹੇ, ਪਰ ਐਕਚੁਅਲੀ ਅਸੀਂ ਉਸ ਦੀ ਯਾਦ ਵਿੱਚ ਨਹੀਂ ਕਰ ਰਹੇ। ਫੋਰ ਐਗਜ਼ਾਮਪਲ ਅਸੀਂ ਗੁਰਦੁਆਰਾ ਜਾਂਦੇ ਹਾਂ, ਅਸੀਂ ਜੋੜਿਆਂ ਦਾ ਸੇਵਾ ਕਰਨੇ ਹਾਂ ਕਿ ਸਾਰੇ ਦੇ ਜੁੱਤੇ ਅਸੀਂ ਨੰਬਰ 'ਤੇ ਰੱਖਦੇ ਹਾਂ ਅਤੇ ਅਸੀਂ ਸਮਝਦੇ ਹਾਂ ਕਿ ਅਸੀਂ ਸੇਵਾ ਕਰ ਰਹੇ ਹਾਂ, ਪਰ ਕਈ ਵਾਰੀ ਉਸ ਸੇਵਾ ਦੇ ਵਿੱਚ ਸਾਡੀ ਹਉਮੈ ਵੱਧਦੀ ਹੈ, ਅਹੰਕਾਰ ਵੱਧਦੀ ਹੈ ਕਿ ਦੇਖੋ ਮੈਂ ਕਰ ਰਹੀ ਹਾਂ, ਉਹ ਤੂੰ ਨਹੀਂ ਕਰਦੀ ਜਾਂ ਉਹ ਨਹੀਂ ਕਰਦੀ। ਜਾਂ ਬਰਤਨ ਧੋਂਦੇ ਹਾਂ, ਗੁਰਦੁਆਰੇ ਦੇ ਬਰਤਨ ਧੋਂਦੇ ਹਾਂ ਅਤੇ ਅਸੀਂ ਸੋਚਦੇ ਸੀ ਮੈਂ ਕਿਤਨੀ ਮਹਾਨ ਆਤਮਾ ਹੂੰ, ਦੇਖੋ ਮੈਂ ਗੁਰਦੁਆਰੇ ਦੀ ਬਰਤਨ ਧੋ ਰਹੀ ਹਾਂ। ਬੋਲਾਂਗੇ ਨਹੀਂ ਤਾਂ ਵੀ ਮਨ ਵਿੱਚ ਤਾਂ ਆਉਂਦਾ ਕਿ ਮੈਂ ਸੇਵਾ ਕਰਕੇ ਆਈ ਹਾਂ। ਉਸ ਵੇਲੇ ਜਦੋਂ ਅਸੀਂ ਸੇਵਾ ਕਰ ਰਹੇ ਹਾਂ, ਮਨ ਦੇ ਵਿੱਚ ਅਸੀਂ ਅਕਾਲ ਪੁਰਖ ਨੂੰ ਨਹੀਂ ਰੱਖਿਆ, ਆਪਣੇ ਆਪ ਨੂੰ ਜੋਤੀ ਬਿੰਦੂ ਨਹੀਂ ਸਮਝਿਆ। ਜਿੰਨਾ ਚਿਰ ਮੈਂ ਆਪਣੇ ਆਪ ਨੂੰ ਜੋਤੀ ਬਿੰਦੂ ਨਹੀਂ ਸਮਝਾਂਗੇ, ਇਹਦਾ ਮਤਲਬ ਮੈਂ ਅਕਾਲ ਪੁਰਖ ਨੂੰ ਜੋਤੀ ਬਿੰਦੂ ਪਰਮ ਆਤਮਾ ਨੂੰ ਯਾਦ ਹੀ ਨਹੀਂ ਕੀਤਾ। ਯਾਦ ਕੰਪਲੀਟ, ਇਸ ਵਾਸਤੇ ਗੁਰਬਾਣੀ ਵਿੱਚ ਵੀ ਇੱਕ ਪੰਕਤੀ ਆਏਗੀ ਜੋ ਕਹੇਗਾ ਕਿ ਅਸੀਂ ਤਿਲ ਵਾਂਗ ਯਾਦ ਕਰਨੇ ਰੱਬ ਨੂੰ, ਤਿਲ ਵਾਂਗ ਫਾਇਦਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਪਹਿਚਾਣਿਆ ਨਹੀਂ। ਪਰ ਹੁਣ ਅਸੀਂ ਰਲ ਮਿਲ ਕੇ ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪਹੁੰਚ ਗਿਆ ਅਤੇ ਇੱਕ ਆਪਣੇ ਆਪ ਨੂੰ ਤਾਂ ਪਹਿਚਾਣ ਹੀ ਲਿਆ ਕਿ ਅਸੀਂ ਸਹਿਭੰਗ ਆ, ਸਤਨਾਮ ਅਤੇ ਅਸੀਂ ਜੋਤੀ ਬਿੰਦੂ ਹੀ ਹੈਗਾ, ਸ਼ਕਤੀ ਹੈਗਾ ਅਤੇ ਪਰਮਾਤਮਾ ਵੀ ਇੱਕ ਸ਼ਕਤੀ ਹੈ। ਅਤੇ ਅਸੀਂ ਉਸ ਨੂੰ ਜਦ ਯਾਦ ਕਰਾਂਗੇ ਅਤੇ ਅਸੀਂ ਫਿਰ ਸੁਕਰਮ ਕਰਾਂਗੇ। ਸੁਕਰਮ ਦਾ ਮਤਲਬ ਹੈ ਬਹੁਤ ਫਾਇਦਾਮੰਦ ਕਰਮ, ਮਤਲਬ ਕਿ ਸੁਕਰਮ ਦੇ ਨਾਲ ਆਪਣੇ ਪੁਰਾਣੇ ਕਰਮ ਵੀ ਕੱਟਦੇ ਨੇ ਅਤੇ ਰੱਬੀ ਗੁਣ ਮੇਰੇ ਵਿੱਚ ਵੀ ਆਉਂਦੇ ਨੇ, ਜੋ ਕਿ ਨੋਰਮਲ ਕਰਮ ਜੋ ਅਸੀਂ ਕਰਦੇ ਉਹ ਸਾਰੇ ਵਿਕਰਮ ਹੁੰਦੇ ਨੇ, ਕਿਉਂਕਿ ਵਿਕਰਮ ਦੇ ਵਿੱਚ
ਅਸੀਂ ਕਈ ਵਾਰੀ ਸਮਝਦੇ ਅਸੀਂ ਵਿਕਰਮ ਨਹੀਂ ਕਰ ਰਹੇ, ਵਿਕਾਰ ਵਾਲੇ ਕਰਮ ਨਹੀਂ ਕਰ ਰਹੇ, ਲੇਕਿਨ ਉਸ ਦੇ ਵਿੱਚ ਹਉਮੈ ਹੈ। ਜਦ ਮੈਂ ਹਾਂ ਤਾਂ ਤੂੰ ਨਹੀਂ, ਜਦ ਤੂੰ ਹੈ ਤਾਂ ਮੈਂ ਨਹੀਂ, ਤੇ ਫਿਰ ਹਉਮੈ ਹੋ ਗਈ। ਹਉਮੈ ਹੈ ਤਾਂ ਵਿਕਾਰ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਹੰਕਾਰ ਸਭ ਤੋਂ ਲਾਸਟ ਹੈ ਲੇਕਿਨ ਮੇਨ ਹੈ। ਅਸੀਂ ਪਹਿਚਾਣਦੇ ਵੀ ਨਹੀਂ ਅਹੰਕਾਰ ਦਾ ਮਤਲਬ। ਮੈਂ ਹੋਂਦ ਜਦ ਹਾਂ ਤੇ ਅਹੰਕਾਰ ਹੈ। ਜਦ ਮੈਂ ਨਹੀਂ ਹਾਂ, ਸਿਰਫ ਆਤਮਾ ਹੈ, ਫਿਰ ਮੈਂ ਉਸਦੀ ਹਾਂ। ਇਹ ਭਗਤ ਕਬੀਰ ਜੀ ਨੇ ਵੀ ਇਹੋ ਜਿਹੇ ਸ਼ਬਦ ਜੋ ਅਸੀਂ ਬਹੁਤ ਬੋਲਦੇ ਹਾਂ ਕਈ ਵਾਰੀ, ਤੂੰ ਤੂੰ ਕਰਤਾ ਤੂੰ ਹੁਆ, ਜਾਂ ਮੇਰਾ ਮੁਝ में किछ नहीं जो किछ है सो तेरा, तेरा तुझको सौंपते क्या लागे मेरा। ਐਸਾ ਕਰਕੇ ਅਸੀਂ ਬੋਲਦੇ ਹਾਂ, ਸੁਣਦੇ ਹਾਂ, ਪਰ ਅਸੀਂ ਸਮਝਦੇ ਨੇ ਕਿ ਜਦ ਮੈਂ ਆਪਣੇ ਆਪ ਨੂੰ ਅਮਰਜੀਤ ਸਮਝ ਕੇ ਕੰਮ ਕਰ ਰਹੀ ਹਾਂ, ਬੇਸ਼ੱਕ ਉਹ ਗੁਰਦੁਆਰੇ ਦੀ ਸੇਵਾ ਲਈ ਜਾਂ ਕਿਸੇ ਗਰੀਬ ਨੂੰ ਪੈਸਾ ਦਿੱਤਾ ਜਾਂ ਕੁਛ ਵੀ ਅੱਛਾ ਕਰਮ ਕੀਤਾ, ਉਹ ਸੁਕਰਮ ਨਹੀਂ ਹੈ, ਉਹ ਵਿਕਰਮ ਹੀ ਹੈ। ਇਸ ਲਈ ਇਸ ਵਾਸਤੇ ਸਾਡਾ ਖਾਤਾ ਵੱਧ ਰਿਹਾ, ਕਰਮ ਦੇ ਖਾਤਾ ਘੱਟ ਨਹੀਂ ਰਿਹਾ, ਵੱਧ ਰਿਹਾ, ਕਿਉਂਕਿ ਅਸੀਂ ਉਸ ਅਕਾਲ ਪੁਰਖ ਨੂੰ ਮਨ ਦੇ ਵਿੱਚ ਚੇਤਾ ਨਹੀਂ ਕੀਤਾ, ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣਿਆ। ਉਸ ਅਕਾਲ ਪੁਰਖ ਨੂੰ ਕਿਵੇਂ ਪਹਿਚਾਣਾਂਗੇ, ਉਸ ਇੱਕ ਓਂਕਾਰ ਨੂੰ, ਇੱਕ ਪਰਮਾਤਮਾ ਨੂੰ ਕਿਵੇਂ ਪਹਿਚਾਣਾਂਗੇ, ਜਦ ਤੱਕ ਅਸੀਂ ਆਪਣੇ ਆਪ ਨੂੰ ਆਤਮਾ ਨਹੀਂ ਸਮਝਾਂਗੇ। ਪਰਮਾਤਮਾ, ਇੱਕ ਪਰਮਾਤਮਾ, ਇੱਕ ਓਂਕਾਰ, ਉਹ ਇੱਕ ਹੈ ਤੇ ਮੈਂ ਓਂ ਹਾਂ, ਤੇ ਅੰਕਾਰ ਉਹ ਕਰ ਰਿਹਾ ਹੈ। ਮੈਂ ਆਤਮਾ ਹੈ ਤਾਂ ਉਹ ਪਰਮਾਤਮਾ ਹੈ। ਤਾਂ ਆਪਣੇ ਆਪ ਨੂੰ ਮੈਂ ਜਦ ਸਹੀ ਰੂਪ ਵਿੱਚ ਵੇਖਾਂਗੇ ਤੇ ਉਸ ਦੀ ਸਹੀ ਰੂਪ ਵਿੱਚ ਉਸ ਨੂੰ ਪਹਿਚਾਣਾਂਗੇ, ਫਿਰ ਅਸੀਂ ਗੁਰ ਪ੍ਰਸਾਦ ਤੱਕ ਆ ਜਾਂਦੇ ਹਾਂ। ਫਿਰ ਆਟੋਮੈਟਿਕਲੀ ਅਸੀਂ ਗੁਰ ਪ੍ਰਸਾਦ ਦੇ ਵਿੱਚ ਆ, ਕਿਉਂਕਿ ਫਿਰ ਅਸੀਂ ਇੱਕਮਿਕ ਹੋ ਗਏ, ਯੋਗ ਵਿੱਚ ਆ। ਇਸ ਨੂੰ ਕਹਿੰਦੇ ਨੇ ਅਸੀਂ ਯੋਗ ਵਿੱਚ, ਗੋਬਿੰਦ ਮਿਲਨ ਵਿੱਚ। ਗੁਰ ਪ੍ਰਸਾਦ ਹੈ ਗੋਬਿੰਦ ਮਿਲਨ, ਗੁਰ ਪ੍ਰਸਾਦ ਹੈ ਰਾਜਯੋਗ, ਗੁਰ ਪ੍ਰਸਾਦ ਹੈ ਆਤਮਾ ਤੇ ਪਰਮਾਤਮਾ ਦੀ ਮਿਲਨ। ਇਸ ਦੇ ਵਿੱਚ ਸੁਕਰਮ, ਗੁਰ ਪ੍ਰਸਾਦ ਹੈ ਸੁਕਰਮ ਕਰਨਾ। ਉਸ ਨੂੰ ਜਦ ਮਨ ਵਿੱਚ ਯਾਦ ਕਰਦੇ ਹਾਂ ਕਿ ਮੈਂ ਇਸ ਸਰੀਰ ਰਾਹੀਂ ਕੰਮ ਕਰ ਰਹੀ ਹਾਂ, ਤੂੰ ਕਰਾ ਰਿਹਾ, ਤੂੰ ਕਰਨ ਕਰਾਵਨਹਾਰ, ਮੈਂ ਕਰ ਰਹੀ ਹਾਂ। ਇਹ ਮੂਲ ਮੰਤਰ ਦਾ ਇੱਕ ਇੱਕ ਸ਼ਬਦ ਵਿੱਚ ਕਿੰਨਾ ਸੈਲਫ ਰਿਸਪੈਕਟ ਅਸੀਂ ਵਧਾਇਆ ਆਪਣੇ ਆਪ ਵਿੱਚ। ਪਰ ਲਾਸਟ ਵਰਡ ਤੇ ਗੁਰੂ ਯਾਦ ਦਿਲਾ ਰਿਹਾ ਕਿ ਤੈਨੂੰ ਇਹ ਸਾਰਾ ਸੈਲਫ ਰਿਸਪੈਕਟ ਮੈਂ ਦੇ ਰਿਹਾ ਵਾਂ, ਮੈਂ ਦੱਸ ਰਿਹਾ। ਅਕਾਲ ਪੁਰਖ ਗੁਰੂ ਦੇ ਰੂਪ ਵਿੱਚ। ਇੱਥੇ ਗੁਰ ਦੀ ਗੱਲ ਗੁਰੂ ਨਾਨਕ ਦੀ ਨਹੀਂ ਹੋ ਰਹੀ ਜਾਂ ਕਿਸੇ ਹਸਤੀ ਵਾਲੀ ਗੁਰੂ ਦੀ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਉਸ ਅਕਾਲ ਪੁਰਖ ਦੀ। ਔਰ ਅਕਾਲ ਪੁਰਖ ਹੀ ਸਾਡਾ ਪਿਓ ਹੈ, ਪਰਮ ਪਿਤਾ, ਸਤਿਗੁਰੂ ਉਹੀਓ ਹੈ, ਗੁਰੂ ਵੀ ਉਹੀਓ ਹੈ। ਤੇ ਗੁਰਬਾਣੀ ਵਿੱਚ ਗੁਰੂ ਤੇ ਸਤਿਗੁਰੂ ਦੀ ਗੱਲ ਉਸ ਦੀ ਕਰਦੇ ਹਾਂ। ਜਿਵੇਂ ਕਿ ਅਸੀਂ ਰਾਮ ਜਦ ਬੋਲਦੇ ਹਾਂ, ਅਸੀਂ ਸੀਤਾ ਰਾਮ ਵਾਲਾ ਨਹੀਂ ਬੋਲਦੇ, ਅਸੀਂ ਅਕਾਲ ਪੁਰਖ ਨੂੰ ਰਾਮ ਕਹਿੰਦੇ ਹਾਂ। ਗੋਬਿੰਦ ਜਦੋਂ ਅਸੀਂ ਬੋਲਦੇ ਹਾਂ, ਅਸੀਂ ਕ੍ਰਿਸ਼ਨ ਜਾਂ ਕਿਸੇ ਨੂੰ ਨਹੀਂ ਯਾਦ ਕਰਿਆ, ਉਸ ਅਕਾਲ ਪੁਰਖ ਗੋਬਿੰਦ ਕਹਿੰਦੇ ਹਾਂ। ਤੇ ਇਹ ਅਲੱਗ ਅਲੱਗ ਵਰਡਸ ਉਸ ਅਕਾਲ ਪੁਰਖ ਨੂੰ ਯਾਦ ਕਰਨ ਵਾਸਤੇ। ਤੇ ਗੁਰ ਪ੍ਰਸਾਦ ਉਹੀਓ ਗੁਰ ਹੈ, ਤੇ ਉਸਦੀ ਕਿਰਪਾ ਦੇ ਨਾਲ, ਉਸਦੀ ਕਿਰਪਾ ਤੇ ਜਿਵੇਂ ਅਸੀਂ ਪਿਛਲੇ ਐਪੀਸੋਡ ਵਿੱਚ ਬੋਲਿਆ, ਬਰਸ ਰਿਹਾ। ਬਸ ਮੈਂ ਆਪਣਾ ਦਸਮ ਦੁਆਰ, ਆਪਣਾ ਤੀਸਰਾ ਨੇਤਰ ਖੋਲ੍ਹਣਾ ਤੇ ਉਸਨੂੰ ਰਿਸੀਵ ਕਰਨਾ, ਉਸਦੀ ਕਿਰਪਾ। ਮਤਲਬ ਉਸਦੇ ਨਾਲ ਗੋਬਿੰਦ ਮਿਲਨ ਕਰਕੇ ਜੋ ਵੀ ਮੈਂ ਕੰਮ ਕਰਾਂਗੀ, ਉਹ ਗੁਰ ਪ੍ਰਸਾਦ ਤੇ ਉਹ ਹਉਮੈ ਤੋਂ ਉੱਠ ਕੇ ਕਰਾਂਗੇ, ਸੁਕਰਮ ਹੋ ਜਾਏਗਾ। ਜੋ ਸਾਡਾ ਅਸੀਂ ਦੁਨੀਆ ਵਿੱਚ ਜੋ ਵੀ ਅਸੀਂ ਸੋਚਦੇ ਹਾਂ ਅਸੀਂ ਕਰਮ ਕਰ ਰਹੇ ਹਾਂ, ਅੱਛੇ ਕਰਮ ਹੈ, ਉਹ ਵਿਕਰਮ ਹੀ ਹੈ। ਲੈਟਸ ਲੁੱਕ ਐਟ ਸਮ ਐਗਜ਼ਾਮਪਲਸ। ਕੋਈ ਐਗਜ਼ਾਮਪਲਸ ਦੇਖਦੇ हैं। ਜਿਵੇਂ ਕਿ ਮੈਂ ਮਾਂ ਬੱਚੇ ਨੂੰ ਪਾਲ ਰਹੀ ਹੈ, ਬੱਚਾ ਜਦੋਂ ਕਹਿਣਾ ਨਹੀਂ ਮੰਨਦਾ, ਮਾਂ ਦੁਖੀ ਹੋ ਜਾਂਦੀ ਹੈ। ਅਤੇ ਇਸ ਤੇ ਇਹਦਾ ਮਤਲਬ ਉਹ ਪਿਆਰ ਦੇ ਵਿੱਚ, ਉਹ ਮਮਤਾ ਦੇ ਵਿੱਚ ਮੋਹ ਹੈ, ਕਿਉਂਕਿ ਮੈਂ ਉਸ ਨੂੰ ਇਹ ਨਹੀਂ ਵੇਖਿਆ ਕਿ ਉਹ ਆਤਮਾ ਹੈ। ਖਾਲਿਦ
ਗਿਬਰਾਨ ਦੀ ਬਹੁਤ ਅੱਛੀ ਪੰਕਤੀਆਂ ਨੇ ਜੋ ਮੈਂ ਇੰਗਲਿਸ਼ ਵਿੱਚ ਪੜ੍ਹੀ ਸੀ ਕਿ ਕੋਈ ਆਤਮਾ ਮੇਰੀ ਰਾਹੀਂ ਜਨਮ ਲੈਂਦੀ ਹੈ, ਮੇਰੀ ਨਹੀਂ ਹੈ, ਮੇਰਾ ਬੱਚਾ ਨਹੀਂ। ਅਸੀਂ ਸਾਰੇ ਸਮਝਦੇ ਹਾਂ ਕਿ ਇਹ ਬੱਚਾ ਮੇਰਾ ਹੈ, ਮੈਂ ਇਸ ਨੂੰ ਪਾਲਾਂਗੇ ਆਪਣੇ ਤਰੀਕੇ ਦੇ ਨਾਲ। ਐਕਚੁਅਲੀ ਬੱਚਾ ਸਾਡਾ ਨਹੀਂ ਹੈ, ਸਾਡੇ ਰਾਹੀਂ ਦੁਨੀਆ ਵਿੱਚ ਆਈ ਹੈ, ਉਸ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦੇ ਨਾਲ ਹੈ ਤੇ ਉਹ ਅਕਾਲ ਪੁਰਖ। ਉਹ ਵੀ ਆਇਆ ਸਾਡੇ ਵਰਗਾ ਖੇਡ ਖੇਡਣ, ਸਾਡੇ ਰਾਹੀਂ ਆਇਆ, ਅਸੀਂ ਹੱਕਦਾਰ ਬਣ ਜਾਂਦੇ ਹਾਂ। ਇਹਦੇ ਵਿੱਚ ਇਹ ਜਿਹੜੇ 5 ਵਿਕਾਰ ਨੇ ਨਾ, ਇਹ ਛਿਪ ਕੇ ਆਉਂਦੇ ਨੇ ਕਈ ਵਾਰੀ ਬਹੁਤ ਸੁੰਦਰ ਰੂਪ ਵਿੱਚ, ਜਿਵੇਂ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, पर ममता, मोह और अहंकार जो है वो छिप के आते हैं। काम, क्रोध, लोभ बहुत नज़र आते हैं, पर मोह और अहंकार बहुत छिप के। और हम लेडीज़ है ना, जो है स्त्री, हमारे अंदर मोह बहुत है और मर्द के अंदर अहंकार बहुत है। लेडीज़ के अंदर मोह बहुत है क्योंकि हम अपने पति को भी बहुत प्यार करते हैं, हम समझते हैं, पर उसमें मोह है। ये मेरा पति है, किसी और का नहीं है, मेरा है। वो मोह आ जाता है कि वो अटैचमेंट आ जाता है कि इसके बिना मैं नहीं रह सकती या मैं उसके बिना नहीं रह सकती। तो वो हमारे अंदर सब ये 5 विकार ही है। ਤੇ ਉਸ ਦੀ ਕਿਰਪਾ ਦੇ ਨਾਲ ਜਦ ਉਸਨੂੰ ਅਸੀਂ ਮਨ ਵਿੱਚ ਧਿਆਈਦਾ ਕਿ ਮੈਂ ਆਤਮਾ, ਤੂੰ ਪਰਮਾਤਮਾ, ਤਾਂ ਆਟੋਮੈਟਿਕਲੀ 5 ਵਿਕਾਰ ਤੋਂ ਅਸੀਂ ਉੱਤੇ ਚੜ ਜਾਂਦੇ ਹਾਂ। ਫਿਰ ਆਟੋਮੈਟਿਕਲੀ ਮੋਹ, ਅਹੰਕਾਰ ਤੋਂ ਦੂਰ ਹੋ ਜਾਂਦੇ। ਮੈਂ ਨਹੀਂ ਕਹਾਂਗੀ ਕਿ ਖਤਮ ਹੋ ਜਾਂਦੇ, ਉਸ क्षण ਵਿੱਚ, ਹਰ ਇੱਕ क्षण ਵਿੱਚ, ਟਾਈਮ ਹੈ ਨਾ, ਕਾਲ ਹੈ ਨਾ, ਹਰ ਇੱਕ क्षण ਵਿੱਚ ਇੱਕ ਖਾਤਾ ਹੁੰਦਾ ਹੈ, ਇੱਕ ਕਰਮ ਦਾ ਖਾਤਾ ਹੁੰਦਾ ਹੈ। ਇੱਕ ਇੱਕ क्षण ਵਿੱਚ ਜਿਹੜਾ ਅਸੀਂ ਅਕਾਲ ਪੁਰਖ ਨੂੰ ਯਾਦ ਕਰ ਰਹੇ ਹਾਂ, ਉਸ ਇੱਕ ਇੱਕ क्षण ਵਿੱਚ ਗੁਰਪ੍ਰਸਾਦ ਵਿੱਚ ਅਸੀਂ ਸੁਕਰਮ ਕਰ ਸਕਦੇ ਹਾਂ ਅਤੇ ਆਪਣਾ ਕਰਮ ਦਾ ਖਾਤਾ ਚੁਕਤੂ ਕਰ ਸਕਦੇ ਹਾਂ। ਉਸ ਅਕਾਲ ਪੁਰਖ ਨੂੰ ਮਿਲ ਕੇ ਅਸੀਂ ਆਪਣਾ ਤਕਦੀਰ ਬਦਲ ਸਕਦੇ ਹਾਂ ਇੱਕ ਇੱਕ क्षण ਵਿੱਚ। ਪਰ ਇੱਕ ਇੱਕ क्षण ਵਿੱਚ ਜਦੋਂ ਮਾਇਆ ਆ ਕੇ ਸਾਨੂੰ ਖਾ ਜਾਂਦੀ ਹੈ ਅਤੇ ਅਸੀਂ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹੈ। ਮਾਇਆ ਦਾ ਵੀ ਗੁਰਬਾਣੀ ਦੇ ਵਿੱਚ ਡੈਫੀਨੇਸ਼ਨ ਹੀ ਹੈ, ਮੋਹ ਉਪਜੇ ਪਉ ਦੂਜਾ ਲਾਏ। मतलब मोह उपजे और आप तो सिवाय कुछ होर याद आ जाए। ਤੇ ਮਾਇਆ ਬਹੁਤ ਸੂਖਸ਼ਮ ਰੂਪ ਵਿੱਚ ਆ ਕੇ ਸਾਨੂੰ ਖਾ ਜਾਂਦੀ ਹੈ। ਇਸ ਵਾਸਤੇ ਅਸੀਂ ਉਸ ਦੇ ਨਾਲ ਜੁੜੇ ਰਹੀਏ ਅਤੇ ਇੱਕ ਇੱਕ क्षण, ਇੱਕ ਇੱਕ ਸੈਕਿੰਡ ਨੂੰ ਲਾਭ ਜਾਂ ਫਾਇਦੇਮੰਦ ਬਣਾਈਏ। ਆਪਣਾ ਅਕਾਲ ਪੁਰਖ ਦੇ ਨਾਲ ਜੋ ਖਾਤਾ ਚੱਲ ਰਿਹਾ ਨਾ, ਉਸਨੂੰ ਜਮ੍ਹਾਂ ਕਰਨਾ ਹੈ। ਅਸੀਂ ਬੈਂਕ ਵਿੱਚ ਬਹੁਤ ਪੈਸਾ ਜਮ੍ਹਾਂ ਕਰਨੇ, ਚਲੀਏ ਹੁਣ ਤੋਂ ਅਕਾਲ ਪੁਰਖ ਦੇ ਨਾਲ ਖਾਤਾ ਜਮ੍ਹਾਂ ਕਰੀਏ। ਕਾਹਦੀ ਖਾਤਾ? ਯਾਦ ਦੀ। ਜਿੰਨਾ ਅਸੀਂ ਉਸਨੂੰ ਯਾਦ ਕਰਾਂਗੇ ਇੱਕ ਇੱਕ क्षण, ਇੱਕ ਇੱਕ ਸੈਕਿੰਡ, ਓਨਾ ਅਸੀਂ ਗੁਰਪ੍ਰਸਾਦ ਲੈ ਰਹੇ ਹਾਂ। ਉਹ ਸਾਡੇ ਕਰਮ ਦੇ ਖਾਤਾ ਵੱਧ ਰਹੇ ਹੈ ਅਤੇ ਅਸੀਂ ਉਸ ਸਾਡੇ ਵਿਕਾਰ ਘਟ ਰਹੇ ਹੈ ਆਟੋਮੈਟਿਕਲੀ। ਕਰਮ, ਸੁਕਰਮ ਵੱਧ ਰਿਹਾ, ਗੋਬਿੰਦ ਮਿਲਨ ਵੱਧ ਰਿਹਾ, ਯਾਦ ਵੱਧ ਰਿਹਾ, ਸਿਮਰਨ ਵੱਧ ਰਿਹਾ, ਵਿਕਾਰ ਘਟ ਰਿਹਾ ਆਟੋਮੈਟਿਕਲੀ ਉਸ ਦੇ ਨਾਲ ਹੀ। ਕਿਉਂਕਿ ਉਸ ਦੇ ਨਾਲ ਮਿਲਣ ਦੇ ਨਾਲ ਉਸਦੀ ਸ਼ਕਤੀ ਮੇਰੇ ਵਿੱਚ ਆਉਂਦੀ ਹੈ ਅਤੇ ਮੇਰੀ ਉਸਦੀ ਇਤਨੀ ਵੱਡੀ ਸ਼ਕਤੀ ਹੈ ਮੇਰੇ ਵਿੱਚ ਆਉਂਦੀ ਹੈ ਅਤੇ ਮੇਰਾ ਜਿਹੜੇ ਭੈੜੇ ਅਵਗੁਣ ਹੈ ਉਹ ਸਾਰਾ ਮਿਟ ਜਾਂਦਾ ਹੈ, ਉਹ ਧੁੱਪ ਜਾਂਦਾ ਹੈ, ਜਾਂ ਅਸੀਂ ਦੇ ਸਕਦੇ ਉਸ ਅਕਾਲ ਪੁਰਖ ਲੈ ਜਾਂਦਾ, ਸਮਾ ਜਾਂਦਾ ਆਪਣੇ ਅੰਦਰ। ਅਤੇ ਅਸੀਂ ਇਸ ਤਰ੍ਹਾਂ ਉਸਨੂੰ ਯਾਦ ਕਰਦੇ ਰਹੀਏ। ਅਤੇ ਮੈਂ ਕਹਿੰਦੀ ਹਾਂ ਜਦੋਂ ਮੈਂ ਮਤਲਬ ਸ਼ੁਰੂ ਵਿੱਚ ਯੋਗ ਦੀ ਪ੍ਰੈਕਟਿਸ ਕਰਨੀ ਪੈਂਦੀ, ਅਸੀਂ ਨਹੀਂ, ਐਕਚੁਅਲੀ ਸਾਡੀ ਜ਼ਿੰਦਗੀ ਗੁਰਪ੍ਰਸਾਦ ਰੱਬ ਦੀ ਯਾਦ ਵਿੱਚ ਹੋਣੀ ਚਾਹੀਦੀ। ਪਰ ਕੀ ਗੱਲ ਹੈ, ਅਸੀਂ ਉਸਦੀ ਯਾਦ ਨਹੀਂ ਕਰ ਪਾਉਂਦੇ। ਇਸ ਵਾਸਤੇ ਸਾਨੂੰ ਪ੍ਰੈਕਟਿਸ ਕਰਨੀ ਪੈਂਦੀ। ਅੰਮ੍ਰਿਤ ਵੇਲਾ ਉੱਠ ਕੇ ਉਸਨੂੰ ਯਾਦ ਕਰਨਾ, ਉਹ ਘੜੀ ਫਾਇਦੇਮੰਦ ਹੈ। ਇੱਕ ਇੱਕ क्षण ਜੋ ਅਸੀਂ ਕਰ ਰਹੇ ਖਾਤੇ ਹੈ, ਲੇਕਿਨ ਉਹ ਪ੍ਰੈਕਟਿਸ ਵੀ ਹੈਗਾ। ਕਿਉਂਕਿ ਉੱਥੇ ਅਸੀਂ ਕੀਤਾ 1 ਘੰਟਾ, 1 ਘੰਟਾ ਵਿੱਚ ਅਸੀਂ ਨਹੀਂ ਕਹਿ ਸਕਦੇ ਜੇ 1 ਘੰਟਾ ਤੁਸੀਂ ਯੋਗ ਵਿੱਚ ਬੈਠੇ ਹੋ, ਤੁਸੀਂ ਆਪਣੇ ਆਪ ਸੋਚ ਲਓ ਕਿੰਨੇ ਸੈਕਿੰਡ ਤੁਸੀਂ ਰੱਬ ਨੂੰ ਯਾਦ ਕੀਤਾ।
ਹਰ ਇੱਕ ਮਿੰਟ ਵਿੱਚ ਕਿੰਨੇ ਸੈਕਿੰਡ ਧਿਆਨ ਝਟ ਭਟਕ ਜਾਂਦਾ ਹੈ, ਉੱਥੇ ਇੱਥੇ ਚਲਾ ਜਾਂਦਾ ਹੈ। ਤਾਂ ਅਸੀਂ ਉਸ 1 ਘੰਟਾ ਵਿੱਚ ਕਿੰਨੇ ਕੁ ਮਿੰਟ ਯਾਦ ਕੀਤਾ ਹੋਏਗਾ। ਅਤੇ ਉਹ ਪ੍ਰੈਕਟਿਸ ਹੈ, ਪਰ ਅਸੀਂ ਛੱਡਣਾ ਨਹੀਂ, ਕਰਨਾ ਹੈ, ਕਿਉਂਕਿ ਇਹ ਪ੍ਰੈਕਟਿਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਜਦੋਂ ਸਾਨੂੰ ਕੋਈ ਪ੍ਰੋਬਲਮ ਆਏਗੀ ਜ਼ਿੰਦਗੀ ਵਿੱਚ, ਉਸ ਵਕਤ ਅਸੀਂ ਆਟੋਮੈਟਿਕਲੀ ਅਕਾਲ ਪੁਰਖ ਸਾਡੀ ਧਿਆਨ ਖਿੱਚੇਗਾ ਆਪਣੇ ਵੱਲ, ਕਿਉਂਕਿ ਅਸੀਂ ਪ੍ਰੈਕਟਿਸ ਕੀਤੀ, ਅਸੀਂ ਉਸਨੂੰ ਆਪਣਾ ਲਗਾਮ ਦਿੱਤਾ ਹੈ ਕਿ ਮੈਨੂੰ, ਜਿਸ ਤਰ੍ਹਾਂ ਮੈਂ ਜਦੋਂ ਅਕਾਲ ਪੁਰਖ ਨਾਲ ਗੱਲ ਕਰਨੀ ਆ, ਮਿਲ ਕੇ ਅਸੀਂ ਗੱਲ ਵੀ ਕਰ ਸਕਦੇ ਹਾਂ ਅਕਾਲ ਪੁਰਖ ਦੇ ਨਾਲ। ਅਸੀਂ ਉਸਨੂੰ ਮਿਲ ਕੇ ਮਨ ਵਿੱਚ ਉਸਨੂੰ ਕਹਿ ਸਕਦੇ ਹਾਂ, ਹੇ ਸੱਚੇ ਪਾਤਸ਼ਾਹ, ਆਪਣੀ ਯਾਦ ਦਿਲਾਣਾ, ਮੈਨੂੰ ਆਪਣੀ ਯਾਦ ਦਿਲਾਣਾ, ਘੜੀ ਘੜੀ ਮੈਨੂੰ ਆਪਣੀ ਯਾਦ ਦਿਲਾ, ਘੜੀ ਘੜੀ, ਇੱਕ ਘੜੀ ਨਾ ਵਿਸਰੇ। ਇੱਕ ਘੜੀ ਵਿਸਲੇ ਤਾਂ ਕਲਯੁਗ ਹੋਤਾ, ਮੈਨੂੰ ਨਹੀਂ ਚਾਹੀਦਾ ਕਲਯੁਗ, ਮਤਲਬ ਮੈਨੂੰ ਉਹ 5 ਵਿਕਾਰ ਗਰੀਬ ਉਹ ਨਹੀਂ ਚਾਹੀਦੇ, ਮੈਂ ਤੇਰੇ ਨਾਲ ਜੁੜੀ ਰਹਾਂ। ਅਤੇ ਇਹ ਵੀ ਅਰਦਾਸ ਹੈ, ਜਦੋਂ ਅਸੀਂ ਅਕਾਲ ਪੁਰਖ ਨੂੰ ਇਹ ਮੰਗਣੇ ਆ, ਇਸ ਨੂੰ ਕਹਿੰਦੇ ਨਿਸ਼ਕਾਮ ਮੰਗਣਾ, ਕਿਉਂਕਿ ਅਸੀਂ ਉਸ ਦੇ ਨਾਲ ਜੋੜਨ ਦੀ ਗੱਲ ਕਰ ਰਹੇ, ਉਸ ਦੇ ਨਾਲ ਜੁੜਨ ਦਾ ਅਸੀਂ ਮੰਗਾਂਗੇ, ਅਤੇ ਫਿਰ ਉਸ ਦੇ ਵਿੱਚ ਫਾਇਦਾ ਹੈ, ਫਾਇਦਾ ਹੈ, ਕਿਉਂਕਿ ਹਰ ਇੱਕ ਘੜੀ ਵਿੱਚ ਉਸਨੂੰ ਯਾਦ ਕੀਤਾ ਹੈ, ਉਹੀ ਉਹ ਸਾਡੇ ਨਾਲ ਜਾਣਾ, ਉਹ ਖਾਤਾ ਵੱਧ ਰਿਹਾ, ਉਹ ਖਾਤਾ ਵਧਾਉਣਾ ਨਾ ਅਸੀਂ, ਅਤੇ ਪ੍ਰੈਕਟਿਸ ਦੇ ਨਾਲ ਉਹ ਵੱਧਦਾ। ਤਾਂ ਅੰਮ੍ਰਿਤ ਵੇਲਾ ਕਰਨਾ ਅਤੇ ਸਾਰੀ ਦਿਹਾੜੀ ਹਰ ਘੰਟੇ 1 ਸੈਕਿੰਡ 3 ਸੈਕਿੰਡ ਬੋਲੋ, ਹਰ ਘੰਟੇ ਵਿੱਚ ਆਪਣੇ ਫ਼ੋਨ ਵਿੱਚ ਅਲਾਰਮ ਲਗਾ ਲਓ, ਹਰ ਘੰਟੇ ਇੱਕ ਅਲਾਰਮ ਵੱਜੇਗੀ, ਬੰਦ ਕਰਨ ਸਮੇਂ ਮੈਂ ਆਤਮਾ ਤੂੰ ਪਰਮਾਤਮਾ, ਮੇਰਾ ਬਾਬਾ, ਬਹੁਤ ਈਜ਼ੀ ਵਰਡ ਹੈ, ਮੇਰਾ ਬੋਲਣ ਦੇ ਵਿੱਚ, ਸੋਚਣ ਦੇ ਵਿੱਚ ਮੈਂ ਆਤਮਾ, ਬਾਬਾ ਤੂੰ ਪਰਮਾਤਮਾ, ਮੇਰਾ ਬਾਬਾ, ਮੇਰਾ ਬਾਬਾ। ਬਸ ਹਰ ਘੰਟਾ ਵਿੱਚ ਇੱਕ ਵਾਰੀ ਅਸੀਂ ਉਚਾਰਾਂਗੇ ਮਨ ਦੇ ਨਾਲ, ਵਿਜ਼ਨ ਦੇ ਨਾਲ, ਫੀਲਿੰਗ ਦੇ ਨਾਲ, ਮੇਰਾ ਬਾਬਾ। ਉਹ ਹੌਲੀ ਹੌਲੀ ਮੈਂ ਪ੍ਰੈਕਟਿਸ ਕੀਤਾ ਅਤੇ ਘੰਟਾ, ਪਹਿਲਾਂ ਤਾਂ ਘੰਟਾ ਵਿੱਚ ਇੱਕ ਵਾਰੀ ਕਰੀਦਾ ਸੀ, ਉਹ ਥੋੜ੍ਹੇ ਚਿਰਾਂ ਬਾਅਦ ਘੰਟਾ ਦੇ ਵਿੱਚ ਕਿੰਨੀ ਵਾਰੀ ਹੋ ਗਿਆ, ਅਤੇ ਫਿਰ ਹੁਣ ਘੰਟੇ ਵਿੱਚ ਕਿੰਨੀ ਵਾਰੀ ਨਹੀਂ ਹੋਇਆ, ਅਤੇ ਵਧੀ ਜਾਂਦੀ ਹੈ, ਵਧੀ ਜਾਂਦੀ ਹੈ। ਇਹ ਪ੍ਰੈਕਟਿਸ ਕਰਨੀ ਪਏਗੀ ਸਾਨੂੰ, ਤਾਂ ਕਿ ਘੜੀ ਘੜੀ ਵਿੱਚ ਅਕਾਲ ਪੁਰਖ ਯਾਦ ਆਏ, ਗੁਰ ਪ੍ਰਸਾਦ ਹੋਏ। ਗੁਰ ਪ੍ਰਸਾਦ ਦੀ ਗੱਲ ਇਹ ਨਹੀਂ ਕਿ ਗੁਰੂ ਤੇ ਸਾਰੇ ਨੂੰ ਪਿਆਰ ਇੱਕੋ ਜਿਹਾ ਕਰਦਾ, ਪਰ ਅਸੀਂ ਆਪਣਾ ਬੁੱਧੀ ਦਾ ਤਾਲਾ ਖੋਲ੍ਹੀਏ ਅਤੇ ਉਸ ਅਕਾਲ ਪੁਰਖ ਨੂੰ ਮਿਲੀਏ, ਇਹ ਸਾਡੇ ਹੱਥ ਹੈ। ਸਾਨੂੰ ਉਹਨਾਂ ਨੇ ਫਰੀ ਵਿਲ ਦਿੱਤਾ ਕਿ ਅਸੀਂ ਉਸ ਨੂੰ ਯਾਦ ਕਰੀਏ, ਉਸ ਦੀ ਕਿਰਪਾ ਨੂੰ ਲਈਏ, ਉਸ ਦੇ ਪ੍ਰਸਾਦ ਨੂੰ ਲਈਏ। ਆਪਣੀ ਮਿਹਨਤ ਹੈ ਗੁਰ ਪ੍ਰਸਾਦ, ਉਸ ਦੀ ਕਿਰਪਾ ਹੈ, ਉਸਨੇ ਚੇਤਾ ਦਿਲਾਉਣੀ ਹੈ, ਪਰ ਅਸੀਂ ਮੰਗਣਾ ਤਾਂ ਇਹੀਓ ਹੈ ਨਾ ਕਿ ਜੇ ਮੈਂ ਮੰਗਿਆ ਹੀ ਨਹੀਂ ਕਿ ਤੂੰ ਮੈਨੂੰ ਆਪਣੀ ਯਾਦ ਦਿਲਾ, ਫਿਰ ਉਹ ਕਿਵੇਂ ਮੈਨੂੰ ਯਾਦ ਦਿਲਾਏਗਾ। ਅੱਜ ਬਹੁਤ ਗਹਿਰੀਆਂ ਗੱਲਾਂ ਅਸੀਂ ਕੀਤੀਆਂ, ਅਤੇ ਥੋੜ੍ਹਾ ਸਿਮਰਨ ਵੀ ਅਸੀਂ ਕਰ ਲੈਂਦੇ ਹਾਂ ਵਿੱਚ ਵਿੱਚ। ਅਤੇ ਆਪ ਜੀ ਨੂੰ ਥੈਂਕ ਯੂ। ਇਸ ਐਪੀਸੋਡ ਵਿੱਚ ਅਸੀਂ ਮੂਲ ਮੰਤਰ ਦਾ ਕੰਪਲੀਟ ਕੀਤਾ ਹੈ ਬਹੁਤ ਪਿਆਰ ਦੇ ਨਾਲ, ਅਤੇ ਫਿਰ ਮਿਲਾਂਗੇ ਇੱਕ ਓਂਕਾਰ, ਇੱਕ ਪਰਮਾਤਮਾ ਦੀ ਅਗਲੀ ਕੜੀ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।